ਦਿੱਲੀ ਤੋਂ ਦਿੱਲੀ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਤੋਂ ਕੋਈ ਸਬਕ ਨਹੀਂ ਲਿਆ ਜਾ ਰਿਹਾ ਅਤੇ ਲਗਾਤਾਰ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਦਿੱਲੀ ਦੇ ਵਿੱਚ ਜਿੱਥੇ ਕਿ ਮਾਮਲੇ ਲਗਾਤਾਰ ਤੇਜ਼ੀ ਨਾਲ ਵਧ ਰਹੇ ਨੇ, ਉੱਥੇ ਹੀ ਵਧ ਰਹੇ ਮਾਮਲੇ ਦੇ ਮੱਦੇਨਜ਼ਰ लगता है कि कोई सबक नहीं लिया गया। आजादपुर मंडी ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ। ਮੰਡੀ ਦੇ ਬਾਹਰ ਤੇ ਅੰਦਰ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਆਮ ਵਾਂਗ ਜਿਸ ਤਰ੍ਹਾਂ ਦੇ ਨਾਲ ਕੋਰੋਨਾ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਕੰਮਕਾਜ ਹੁੰਦਾ ਸੀ, ਉਹੀ ਨਜ਼ਾਰਾ ਇੱਥੇ ਵੇਖਣ ਨੂੰ ਮਿਲਿਆ। ਸਬਜ਼ੀ ਖਰੀਦਣ ਲਈ ਲੋਕਾਂ ਦੀ ਭੀੜ ਇੱਥੇ ਲੱਗੀ ਹੋਈ ਨਜ਼ਰ ਆਈ ਹੈ। ਨਾ ਤਾਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹੋਈ ਹੈ, ਨਾ ਹੀ ਇੱਥੇ ਜ਼ਿਆਦਾਤਰ ਲੋਕ ਮਾਸਕ ਪਾਉਂਦੇ ਹੋਏ ਨਜ਼ਰ ਆਏ ਨੇ, ਜਿਸ ਨਾਲ ਚਿੰਤਾ ਜਿਹੜੀ ਹੈ ਯਕੀਨਨ ਵਧਣੀ ਲਾਜ਼ਮੀ ਹੈ। ਸੋ ਦਿੱਲੀ ਦੀ ਆਜ਼ਾਦ ਮੰਡੀ ਦੀ ਇਹ ਤਸਵੀਰ ਜਿੱਥੇ ਕਿ ਆਮ ਵਾਂਗ ਹੀ ਲੋਕ ਖਰੀਦਾਰੀ ਕਰਦੇ ਨਜ਼ਰ ਆਏ। ਭੀੜ ਜਿਹੜੀ ਹੈ ਇੱਥੇ ਖਰੀਦਾਰੀਆਂ ਦੀ ਨਜ਼ਰ ਆਈ ਹੈ। ਦਿੱਲੀ ਜਿੱਥੇ ਕਿ ਕੋਰੋਨਾ ਦੇ ਲਗਾਤਾਰ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ, ਪੋਜ਼ਿਟਿਵ ਕੇਸਿਸ ਦਾ ਅੰਕੜਾ ਲਗਾਤਾਰ ਰਿਕਾਰਡ ਤੋੜ ਵਧ ਰਿਹਾ ਹੈ। ਅਜਿਹੇ ਵਿਚਕਾਰ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਆਜ਼ਾਦਪੁਰ ਮੰਡੀ ਦੀ ਤਸਵੀਰ ਸਾਹਮਣੇ ਆਈ ਹੈ। ਮੰਡੀ ਦੇ ਬਾਹਰ ਤੇ ਅੰਦਰ ਕਿਸੇ ਵੀ ਤਰ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸਬਜ਼ੀ ਖਰੀਦਣ ਲਈ ਲੋਕਾਂ ਦੀ ਭੀੜ ਇੱਥੇ ਲੱਗੀ ਹੋਈ ਨਜ਼ਰ ਆਈ ਹੈ। ਸੋ ਤਸਵੀਰਾਂ ਜਿਹੜੀਆਂ ਨੇ ਆਜ਼ਾਦਪੁਰ ਸਬਜ਼ੀ ਮੰਡੀ ਦੀਆਂ, ਜਿੱਥੇ ਕਿ ਸੋਸ਼ਲ ਡਿਸਟੈਂਸਿੰਗ ਦੀ ਕੋਈ ਪਾਲਣਾ ਨਹੀਂ ਕੀਤੀ ਜਾ ਰਹੀ ਔਰ ਜੋ ਦਿੱਲੀ ਦੇ ਵਿੱਚ ਲਗਾਤਾਰ ਵਧ ਰਹੇ ਕੇਸ ਨੇ, ਅਜਿਹੇ ਵਿਚਕਾਰ ਅਜਿਹੀਆਂ ਤਸਵੀਰਾਂ ਆਪਣੇ ਆਪ ਹੈਰਾਨ ਵੀ ਕਰਦੀਆਂ ਨੇ ਤੇ ਪਰੇਸ਼ਾਨ ਵੀ। ਔਰ ਦਿੱਲੀ ਦੇ ਵਿੱਚ ਮੌਤਾਂ ਦੇ ਆંકੜੇ ਨੂੰ ਲੈ ਕੇ ਸਰਕਾਰ ਅਤੇ ਨਗਰ ਨਿਗਮ ਆਮੋ ਸਾਹਮਣੇ ਹੋ ਗਏ ਨੇ। ਦੱਸਦੇ ਕਿ ਉੱਤਰੀ ਦਿੱਲੀ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਜੈ ਪ੍ਰਕਾਸ਼ ਨੇ ਸਰਕਾਰ ਤੇ ਆંકੜੇ ਲੁਕਾਉਣ ਦੇ ਇਲਜ਼ਾਮ ਲਗਾਏ ਨੇ। ਸੋ ਹੁਣ ਆਮੋ ਸਾਹਮਣੇ ਹੋ ਗਏ ਨੇ ਸਰਕਾਰ ਅਤੇ ਨਗਰ ਨਿਗਮ। ਉੱਤਰੀ ਦਿੱਲੀ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਜੈ ਪ੍ਰਕਾਸ਼ ਨੇ ਸਰਕਾਰ ਤੇ ਆંકੜੇ ਲੁਕਾਉਣ ਦੇ ਇਲਜ਼ਾਮ ਲਗਾਏ ਨੇ। 10 ਜੂਨ ਤੱਕ ਦਿੱਲੀ ਵਿੱਚ 2098 ਕੋਰੋਨਾ ਮਰੀਜ਼ਾਂ ਦਾ ਸੰਸਕਾਰ ਕੀਤੇ ਜਾਣ ਦੀ ਗੱਲ ਜੈ ਪ੍ਰਕਾਸ਼ ਨੇ ਕਹੀ ਹੈ। ਦਿੱਲੀ ਸਰਕਾਰ ਨੇ 9 ਜੂਨ ਤੱਕ ਕੋਰੋਨਾ ਦੇ ਨਾਲ 905 ਮੌਤਾਂ ਹੋਣ ਦੀ ਹੀ ਪੁਸ਼ਟੀ ਕੀਤੀ ਹੈ। 2098 ਤਸਦੀਕਸ਼ੁਦਾ ਕੋਰੋਨਾ ਮੌਤਾਂ ਤੋਂ ਇਲਾਵਾ 200 ਸ਼ੱਕੀਆਂ ਦਾ ਵੀ ਸੰਸਕਾਰ ਕੀਤੇ ਜਾਣ ਦੀ ਗੱਲ ਜੈ ਪ੍ਰਕਾਸ਼ ਨੇ ਕਹੀ ਹੈ, ਜਿਸ ਦੇ ਨਾਲ ਟਕਰਾਅ ਦੀ ਸਥਿਤੀ ਫਿਲਹਾਲ ਦਿੱਲੀ ਸਰਕਾਰ ਤੇ ਨਗਰ ਨਿਗਮ ਦੇ ਵਿਚਕਾਰ ਬਣੀ ਹੋਈ ਹੈ। ਸੋ ਦਿੱਲੀ ਸਰਕਾਰ ਤੇ ਇਲਜ਼ਾਮ ਲੱਗਿਆ ਹੈ ਕਿ ਸਹੀ ਆંકੜਾ ਜਿਹੜਾ ਹੈ ਮੌਤਾਂ ਦਾ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਲੈ ਕੇ ਹੁਣ ਸਰਕਾਰ ਤੇ ਗੰਭੀਰ ਇਲਜ਼ਾਮ लगाए गए ने। दिल्ली के अंदर मार्च के महीने से लेकर के और 10 जून तक का जो आंकड़ा है उसमें तीनों नगर निगम का मिला करके जिन लोगों के परिजनों को दुखद मौत हुई है उनका जो हमने संस्कार किया है वो लगभग 2098 केस है, जिनका हमने कब्रिस्तान और शमशान घाट पे संस्कार किया है। ये बिल्कुल सभी कोरोना पॉजिटिव हैं। सस्पेक्टेड जो केस है उनका हमने अलग आंकड़ा दिया था, लगभग 200 केस वो भी हैं जिनका सस्पेक्टेड है, जो संदिग्ध है। दिल्ली सरकार ने 16 मई को तीनों निगमों को एक नोटिस जारी किया था और वो नोटिस था कि दिल्ली के अंदर जो मौत का आंकड़ा वो मिसमैच कर रहा है। नगर निगम उस समय कुछ कह रही थी और दिल्ली सरकार कुछ कह रही थी। तो उन्होंने जब हमारे को नोटिस दिया तो 17 तारीख को हमने उसका जवाब दिया। उन्होंने कहा कि आप मौत के आंकड़ों को वेरीफाई करके दो। तो हमारे तीनों नगर निगम के जो एमएचओ हैं उन्होंने सभी डीएचओ से बात करके जहां जहां जितनी मौत हुई उन सब आंकड़ों को इकट्ठा किया, उसको कंपाइल किया और एक रिपोर्ट भेजी। उसमें भी 230 से ज्यादा पॉजिटिव केस थे और लगभग 100 के करीब संदिग्ध केस थे। तो जब उनके आंकड़े में और हमारे आंकड़े में डबल का फर्क था, वो आंकड़ा मई से लेकर के जून हो गया है, वो आंकड़ा डबल ही है। दिल्ली हाई कोर्ट ने तस्वीर बिल्कुल साफ कर दी है। दिल्ली के माननीय उच्च न्यायालय ने एक फैसला दिया है जिसमें उन्होंने कहा है कि दिल्ली में डॉक्टर्स की, एक्सपर्ट्स की कमेटी, जो डेथ ऑडिट कमेटी है, उसकी एक्सपर्टीज पे हमें कोई संदेह नहीं है और वो जो डेथ का आंकड़ा घोषित कर रहे हैं, जारी कर रहे हैं, वो अक्षरशः सही है। ये किसने कहा? दिल्ली उच्च न्यायालय ने। अगर भारतीय जनता पार्टी हाई कोर्ट से भी अपने आप को ऊपर मानती है, सुप्रीम कोर्ट से भी अपने आप को ऊपर मानती है और इस महासंकट के दौर में भी अपनी ओछी राजनीति करना चाहती है, तो वो स्वतंत्र है, उस पर मैं क्या बोल सकता हूँ।